यूपी ਦੇ ਵਿੱਚ ਕਤਲੇਆਮ ਹੋਇਆ। ਕਿਸਾਨਾਂ ਦਾ ਕਤਲੇਆਮ, ਸਿੱਖ ਕਿਸਾਨਾਂ ਦਾ ਕਤਲੇਆਮ। ਸੋਸ਼ਲ ਮੀਡੀਆ ਦੇ ਉੱਤੇ ਹਰ ਕੋਈ ਪਾਸ਼ ਦੀਆਂ ਲਾਈਨਾਂ ਨੇ ਜਿਹੜੀਆਂ ਉਹਨਾਂ ਨੂੰ ਸਾਂਝਾ ਕਰ ਰਿਹਾ ਹੈ। ਇਸ ਦਾ ਜੋ ਵੀ ਨਾਂ ਹੈ ਗੁੰਡਿਆਂ ਦੀ ਸਲਤਨਤ ਦਾ, ਮੈਂ ਇਸ ਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ। ਕਈ ਟੀਵੀ ਚੈਨਲਾਂ ਨੇ, ਅਖਬਾਰਾਂ ਨੇ ਇਸ ਨੂੰ ਹਿੰਸਾ ਦੱਸਿਆ ਹੈ, ਪਰ ਇਹ ਸਿੱਧਾ ਕਤਲੇਆਮ ਹੈ ਉਹਨਾਂ ਕਿਸਾਨਾਂ ਦਾ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਧਰਨਾ ਦੇ ਰਹੇ ਸੀ। ਇਹ ਕਤਲੇਆਮ ਹੈ ਉਹਨਾਂ ਕਿਸਾਨਾਂ ਦਾ ਜਿਹੜੇ ਪਿਛਲੇ 1 ਸਾਲ ਤੋਂ ਲਗਾਤਾਰ ਮੋਰਚਿਆਂ ਦੇ ਉੱਤੇ ਬੈਠੇ ਨੇ ਤੇ ਇਹ ਉੱਥੇ ਵਿਰੋਧ ਕਰ ਰਹੇ ਸੀ ਆਪਣੇ ਲੀਡਰਾਂ ਨੂੰ ਧਮਕਾਉਣ ਦਾ, ਕਿਉਂਕਿ ਜਿਹੜੇ ਲੀਡਰ ਦੇ ਪੁੱਤ ਨੇ ਇਹਨਾਂ ਤੇ ਗੱਡੀ ਚੜਾਈ, ਕਿਸਾਨਾਂ ਤੇ ਗੋਲੀਆਂ ਚਲਾਈਆਂ, ਉਸੇ ਲੀਡਰ ਨੇ 1-2 ਦਿਨ ਪਹਿਲਾਂ ਖੁੱਲੀ ਚੇਤਾਵਨੀ ਦਿੱਤੀ ਸੀ, ਖੁੱਲੀ ਧਮਕੀ ਦਿੱਤੀ ਸੀ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਕਿ ਇਹਨਾਂ ਨੂੰ ਹੁਣ ਮੈਂ ਸੈੱਟ ਕਰਾਂਗਾ। ਉਸ ਟਿੱਪਣੀ ਦੇ ਵਿਰੋਧ ਵਿੱਚ, ਉਸ ਬਿਆਨ ਦੇ ਵਿਰੋਧ ਦੇ ਵਿੱਚ ਕਿਸਾਨ ਕੱਲ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਇਕੱਠੇ ਹੋਏ ਸੀ। ਕਿਸਾਨਾਂ ਨੇ ਇੱਥੇ ਯੂਪੀ ਦੇ ਉਪ ਮੁੱਖ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਵੱਲੋਂ ਕਿਸਾਨਾਂ ਨੂੰ ਧਮਕਾਏ ਜਾਣ ਤੋਂ ਬਾਅਦ ਰੋਸ ਮੁਜ਼ਾਹਰਾ ਕੀਤਾ ਸੀ। ਕਿਸਾਨ ਪਿੰਡ ਤਕੁਨੀਆਂ ਦੇ ਵਿੱਚ ਮਹਾਰਾਜਾ ਅਗਰਸੇਨ ਹੈਲੀਪੈਡ ਤੇ ਪਹੁੰਚੇ ਸੀ ਤੇ ਹੈਲੀਪੈਡ ਤੇ ਕਬਜ਼ਾ ਕਰ ਲਿਆ ਸੀ। ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਇਹਨਾਂ ਨੇ ਸਟੇਜ ਲਾ ਕੇ ਆਪਣਾ ਰੋਸ ਮੁਜ਼ਾਹਰਾ ਜਿਹੜਾ ਉਹ ਕੀਤਾ ਸੀ ਤੇ ਬੀਜੇਪੀ ਦੇ ਮੰਤਰੀਆਂ ਦਾ ਵਿਰੋਧ ਕਰਨ ਦੇ ਲਈ ਇਕੱਠੇ ਹੋਏ ਕਿਸਾਨਾਂ ਨੂੰ ਗੱਡੀ ਦੇ ਨਾਲ ਦਰੜ ਦਿੱਤਾ ਗਿਆ। ਕਿਸਾਨ ਮੋਰਚੇ ਦੇ ਲੀਡਰਾਂ ਦੇ ਮੁਤਾਬਿਕ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇੱਕ ਕਿਸਾਨ ਨੂੰ ਗੋਲੀ ਦੇ ਨਾਲ ਮਾਰਿਆ ਗਿਆ ਹੈ ਤੇ ਬਾਕੀ ਕਿਸਾਨਾਂ ਨੂੰ ਗੱਡੀ ਹੇਠਾਂ ਦਰੜ ਕੇ ਕੁਚਲ ਦਿੱਤਾ ਗਿਆ। ਕਿਸਾਨ ਮੋਰਚੇ ਦੀ ਜਾਣਕਾਰੀ ਦੇ ਮੁਤਾਬਿਕ ਕੁੱਲ 4 ਕਿਸਾਨਾਂ ਦੀ ਮੌਤ ਹੋਈ ਹੈ ਤੇ 4 ਕਿਸਾਨ ਸਿੱਖ ਨੇ ਤੇ ਬਹੁਤ ਦੁੱਖ ਦੀ ਗੱਲ ਹੈ ਕਿ ਇਹਨਾਂ ਦੇ ਵਿੱਚੋਂ 2 ਨੌਜਵਾਨ 19 ਸਾਲ ਤੇ 20 ਸਾਲ ਦੀ ਉਮਰ ਦੇ ਸਨ। ਗੁਰਵਿੰਦਰ ਸਿੰਘ ਦੀ ਉਮਰ 19 ਸਾਲ ਸੀ, ਲਵਪ੍ਰੀਤ ਸਿੰਘ ਦੀ ਉਮਰ 20 ਸਾਲ ਸੀ, ਦਲਜੀਤ ਸਿੰਘ ਵੀ ਨੌਜਵਾਨ ਸਨ, ਇਹਨਾਂ ਦੀ ਉਮਰ 35 ਸਾਲ ਸੀ, ਨਕਸ਼ਤਰ ਸਿੰਘ ਦੀ ਉਮਰ 60 ਸਾਲ ਸੀ। ਇਸ ਘਟਨਾ ਤੋਂ ਬਾਅਦ ਪੱਛਮੀ ਯੂਪੀ ਦੇ ਕਈ ਇਲਾਕਿਆਂ ਦੇ ਵਿੱਚ ਤਣਾਅ ਦਾ ਮਾਹੌਲ ਹੈ। ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਯੋਗੀ ਸਰਕਾਰ ਦੀ ਗੱਲ ਕਰ ਲਈਏ ਤਾਂ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ ਇਸ ਘਟਨਾ ਤੇ ਸਿਰਫ ਇੰਨਾ ਕਿਹਾ ਕਿ ਘਟਨਾ ਮੰਦਭਾਗੀ ਹੈ ਅਤੇ ਇਸ ਦੀ ਜਾਂਚ ਕਰਾਵਾਂਗੇ। ਮੁੱਖ ਮੰਤਰੀ ਨੇ ਸਾਰੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਹੈ। ਡੀਜੀਪੀ ਸਣੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ। ਕਿਸਾਨਾਂ ਦੀ ਮੰਗ ਹੈ ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਉਸ ਦੇ ਪੁੱਤਰ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ। ਕਿਸਾਨ ਮੋਰਚੇ ਨੇ ਅੱਜ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਪੂਰੇ ਦੇਸ਼ ਦੇ ਵਿੱਚ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਦੇ ਬਾਹਰ ਰੋਸ ਧਰਨੇ ਦੇਣ ਦਾ ਐਲਾਨ ਕੀਤਾ ਹੈ ਤੇ ਇਸ ਕਤਲੇਆਮ ਤੋਂ ਬਾਅਦ ਹਰ ਕਿਤੇ ਤਰਾਹੀ ਮਚ ਗਈ ਹੈ। ਇਸ ਘਟਨਾ ਨੂੰ ਸੁਣ ਕੇ ਲੋਕ ਸੁੰਨ ਹੋ ਰਹੇ ਨੇ ਤੇ ਹਰ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਤਿੱਖੇ ਰੂਪ ਦੇ ਵਿੱਚ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਸ਼ਾਮਿਲ ਹੋਵੇਗਾ। ਕੀ ਚੰਡੀਗੜ੍ਹ, ਕੀ ਪੰਜਾਬ, ਕੀ ਹਰਿਆਣਾ, ਕੀ ਯੂਪੀ, ਯਾਨੀ ਕਿ ਦੇਸ਼ ਦੇ ਹਰ ਹਿੱਸੇ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਮੁਜ਼ਾਹਰੇ ਕੀਤੇ ਜਾਣਗੇ ਅਤੇ ਸਰਕਾਰ ਤੋਂ ਇੱਕੋ ਹੀ ਮੰਗ ਕੀਤੀ ਜਾਏਗੀ ਕਿ ਤੁਰੰਤ ਜ਼ਿੰਮੇਵਾਰ ਮੰਤਰੀ ਨੂੰ ਗੱਦੀਓਂ ਲਾਇਆ ਜਾਵੇ ਤੇ ਉਸਦੇ ਵਿਗੜੈਲ ਪੁੱਤਰ ਨੂੰ, ਜਿਸ ਨੇ ਇੰਨੇ ਕਤਲਾਂ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਵੇ ਤੇ ਪਰਚਾ ਦਰਜ ਕੀਤਾ ਜਾਵੇ। ਜਾਣਕਾਰੀ ਮੁਤਾਬਿਕ ਇੱਥੇ ਕੁੱਲ 8 ਮੌਤਾਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 4 ਕਿਸਾਨ ਸਿੱਖ ਨੇ ਤੇ ਇਸ ਘਟਨਾ ਦੇ ਵਿੱਚ 12 ਤੋਂ 15 ਜਣੇ ਜ਼ਖਮੀ ਵੀ ਹੋਏ ਨੇ, ਹਸਪਤਾਲਾਂ ਦੇ ਵਿੱਚ ਦਾਖਲ ਨੇ। ਤਰਾਈ ਇਲਾਕੇ ਦੇ ਕਿਸਾਨ ਲੀਡਰ ਤੇਜਿੰਦਰ ਸਿੰਘ ਵਿਰਕ ਦੇ ਵੀ ਸੱਟਾਂ ਲੱਗੀਆਂ, ਪਰ ਕਿਸਾਨ ਮੋਰਚੇ ਨੇ ਦੱਸਿਆ ਹੈ ਕਿ ਉਹਨਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਕਿਸਾਨਾਂ ਨੇ ਹੈਲੀਪੈਡ ਵਾਲੀ ਥਾਂ ਤੇ ਹੀ 4 ਲਾਸ਼ਾਂ ਰੱਖ ਕੇ ਧਰਨਾ ਲਾ ਦਿੱਤਾ ਤੇ ਇਹਨਾਂ ਲਾਸ਼ਾਂ ਨੂੰ ਫਰੀਜ਼ਰ ਦੇ ਵਿੱਚ ਰੱਖ ਦਿੱਤਾ ਗਿਆ ਹੈ ਤੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਸੱਚਮੁੱਚ ਕਿਸਾਨਾਂ ਦੇ ਸਬਰ ਸਿਦਕ ਦੀ ਵੱਡੀ ਗਵਾਹੀ ਭਰਦੀਆਂ ਨੇ। 4 ਲਾਸ਼ਾਂ ਪਈਆਂ ਨੇ, ਆਸ-ਪਾਸ ਕਿਸਾਨ ਖੜੇ ਨੇ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਹੈ ਜਿਹੜਾ ਉਹ ਇੱਥੇ ਕੀਤਾ ਜਾ ਰਿਹਾ ਹੈ। ਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਕਿਸਾਨ ਲੀਡਰ ਯੂਪੀ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਨੇ। ਰਾਕੇਸ਼ ਟਿਕੈਤ ਲਖੀਮਪੁਰ ਪਹੁੰਚ ਚੁੱਕੇ ਨੇ। ਹਾਲਾਂਕਿ ਉਹਨਾਂ ਨੂੰ ਰਾਹ ਦੇ ਵਿੱਚ ਕਈ ਥਾਈਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਟਿਕੈਤ ਨੇ ਕਿਹਾ ਕਿ ਸਰਕਾਰ ਦਾ ਬਹੁਤ ਹੀ ਜ਼ਾਲਮਾਨਾ ਤੇ ਗੈਰ ਜਮਹੂਰੀ ਚਿਹਰਾ ਬੇਨਕਾਬ ਹੋ ਗਿਆ। ਬਲਵੀਰ ਸਿੰਘ ਰਾਜੇਵਾਲ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਿੱਚ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਰਾਜੇਵਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕੁਝ ਸਮਾਂ ਪਹਿਲਾਂ ਹੀ ਕਿਸਾਨ ਆਗੂਆਂ ਦਾ ਨਾਂ ਲੈ ਕੇ ਧਮਕੀ ਦਿੱਤੀ ਸੀ ਤੇ ਬੀਜੇਪੀ ਨਫ਼ਰਤ ਦੀ ਸਿਆਸਤ ਕਰ ਰਹੀ ਹੈ। ਸਾਰੇ ਕਿਸਾਨ ਲੀਡਰਾਂ ਨੇ ਇਸ ਮੌਕੇ ਹਰ ਕਿਸਾਨ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਕਿਸਾਨਾਂ ਦੇ ਵੱਲੋਂ ਦੇਰ ਰਾਤ ਬਾਗਪਤ ਹਾਈਵੇ ਜਾਮ ਕੀਤੇ ਜਾਣ ਦੀਆਂ ਵੀ ਖਬਰਾਂ ਮਿਲੀਆਂ। ਦਿੱਲੀ ਸਹਾਰਨਪੁਰ ਰੋਡ ਤੇ ਵੀ ਕਿਸਾਨਾਂ ਨੇ ਧਰਨਾ ਲਾ ਦਿੱਤਾ ਹੈ। ਕਿਸਾਨਾਂ ਨੇ ਸ਼ਾਮਲੀ ਦੀਆਂ ਸੜਕਾਂ ਤੇ ਲੰਮੇ ਪੈ ਕੇ ਆਪਣਾ ਰੋਸ ਜਤਾਇਆ।
ਕਿਸਾਨਾਂ ਨੇ ਹੈਲੀਪੈਡ ਵਾਲੀ ਥਾਂ ਤੇ ਇਸ ਕਰਕੇ ਰੋਸ ਮੁਜ਼ਾਹਰਾ ਕੀਤਾ ਸੀ ਕਿਉਂਕਿ ਉਕਤ ਮੰਤਰੀ ਨੇ ਇੱਥੇ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਪਹੁੰਚਣਾ ਸੀ ਤੇ ਇਸੇ ਹੈਲੀਪੈਡ ਤੇ ਉਹਨਾਂ ਦਾ ਹੈਲੀਕਾਪਟਰ ਉਤਰਨਾ ਸੀ। ਪਰ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਇਸ ਹੈਲੀਪੈਡ ਤੇ ਕਬਜ਼ਾ ਕਰ ਲਿਆ ਸੀ। ਕਿਸਾਨ ਲੀਡਰ ਗੁਰਮੀਤ ਸਿੰਘ ਮਾਂਗਟ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੋਨੀ ਦਾ ਪੁੱਤਰ ਮੋਨੂ ਉਸੇ ਵਕਤ 3 ਗੱਡੀਆਂ ਲੈ ਕੇ ਆਇਆ। ਸੜਕ ਦੇ ਦੋਨੋਂ ਕਿਨਾਰੇ ਖੜੇ ਕਿਸਾਨਾਂ ਨੂੰ ਬੁਰੇ ਤਰੀਕੇ ਦੇ ਨਾਲ ਕੁਚਲ ਦਿੱਤਾ। ਉਹਨਾਂ ਦੀ ਇੱਕ ਗੱਡੀ ਉਲਟ ਕੇ ਖਤਾਨਾਂ ਵਿੱਚ ਵੀ ਚਲੀ ਗਈ ਤੇ ਪੁੱਤਰ ਦੇ ਨਾਲ ਆਏ ਕਥਿਤ ਸਾਥੀ ਭੱਜਣ ਲੱਗੇ। ਉਹਨਾਂ ਨੇ ਕਿਸਾਨਾਂ ਦੀ ਕੁੱਟਮਾਰ ਵੀ ਕੀਤੀ। ਕਿਸਾਨਾਂ ਨੇ ਉਹਨਾਂ ਵਿੱਚੋਂ 2 ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਕੀਤਾ। ਮੋਰਚੇ ਦੇ ਲੀਡਰ ਤੇਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਮੇਰੇ ਉੱਤੇ ਸਿੱਧਾ ਵਾਹਨ ਚੜਾਉਣ ਦੀ ਕੋਸ਼ਿਸ਼ ਕੀਤੀ ਗਈ, ਗੋਲੀਆਂ ਵੀ ਚਲਾਈਆਂ ਗਈਆਂ। ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਹੈ ਕਿ ਇੱਕ ਜਣੇ ਦੀ ਮੌਤ ਆਸ਼ੀਸ਼ ਮਿਸ਼ਰਾ ਤੇ ਉਸ ਦੀ ਟੀਮ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ ਹੋਈ ਹੈ। ਇਸ ਘਟਨਾ ਦੇ ਉੱਤੇ ਜੇ ਸਿਆਸਤ ਦਾ ਪ੍ਰਤੀਕਰਮ ਦੇਖ ਲਈਏ ਤਾਂ ਕਾਂਗਰਸ ਨੇ ਇਸ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਪ੍ਰਿਯੰਕਾ ਗਾਂਧੀ ਨੇ ਰਾਤ ਹੀ ਯੂਪੀ ਦੇ ਲਖੀਮਪੁਰ ਮੀਰੀ ਵੱਲ ਚਾਲੇ ਪਾ ਦਿੱਤੇ ਸੀ, ਪਰ ਉਹਨਾਂ ਨੂੰ ਰਾਹ ਦੇ ਵਿੱਚ ਕਈ ਥਾਈਂ ਰੋਕਿਆ ਗਿਆ ਅਤੇ ਆਖਿਰਕਾਰ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। यानी कि प्रियंका गांधी ਨੂੰ ਘਟਨਾ ਵਾਲੀ ਥਾਂ ਤੇ यूपी ਪੁਲਿਸ ਨੇ ਪਹੁੰਚਣ ਨਹੀਂ ਦਿੱਤਾ। ਕਾਂਗਰਸ ਸਵਾਲ ਪੁੱਛ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਤੋਂ ਕਿ ਦੇਸ਼ ਜਾਣਨਾ ਚਾਹੁੰਦਾ ਹੈ ਕਿ ਗ੍ਰਹਿ ਰਾਜ ਮੰਤਰੀ ਨੂੰ ਹਾਲੇ ਤੱਕ ਬਰਖਾਸਤ ਕਿਉਂ ਨਹੀਂ ਕੀਤਾ ਗਿਆ। ਮੰਤਰੀ ਦੇ ਕਾਤਲ ਪੁੱਤਰ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ। ਤੁਸੀਂ ਕਿਸਾਨ ਵਿਰੋਧੀ ਮਾਨਸਿਕਤਾ ਕਦੋਂ ਤਿਆਗੋਗੇ। यूपी ਦੇ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਅਸਤੀਫੇ ਦੀ ਮੰਗ ਕੀਤੀ ਹੈ। ਤੇ ਜੇ ਗੱਲ ਕਰ ਲਈਏ ਉਸੇ ਮੰਤਰੀ ਦੀ ਜਿਸ ਦੇ ਪੁੱਤ ਨੇ ਇਹ ਕਤਲੇਆਮ ਮਚਾਇਆ ਹੈ ਤਾਂ ਉਸਨੇ ਕਿਹਾ ਕਿ ਮੈਂ ਤੇ ਮੇਰਾ ਪੁੱਤਰ ਤਾਂ ਮੌਕੇ ਤੇ ਮੌਜੂਦ ਹੀ ਨਹੀਂ ਸੀ। ਅਜੇ ਮਿਸ਼ਰਾ ਨੇ ਇਹ ਬਿਆਨ ਦਿੱਤਾ ਹੈ ਕਿ 3 ਬੀਜੇਪੀ ਵਰਕਰਾਂ ਅਤੇ ਇੱਕ ਡਰਾਈਵਰ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਤੇ ਇਹ ਸ਼ਰਾਰਤੀ ਤੱਤਾਂ ਨੇ ਕੀਤਾ ਹੈ। ਲਖੀਮਪੁਰ ਖੇੜੀ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵਿੱਚ ਹੀ ਇਹ ਸਾਰੇ ਸ਼ਾਮਲ ਸਨ। ਇਹ ਵੱਡਾ ਇਲਜ਼ਾਮ ਉਹਨਾਂ ਨੇ ਲਾਇਆ ਹੈ ਤੇ ਜੇ ਕੌਮੀ ਮੀਡੀਆ ਦੀ ਗੱਲ ਕਰ ਲਈਏ ਤਾਂ ਮੀਡੀਆ ਵੀ ਇਹੀ ਕੁਝ ਦਿਖਾ ਰਿਹਾ ਹੈ। ਪਰ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਸਾਰੇ ਘਟਨਾਕ੍ਰਮ ਵਾਪਰਨ ਤੋਂ ਪਹਿਲਾਂ ਦੀਆਂ ਤਸਵੀਰਾਂ ਜਦੋਂ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ। ਪੰਜਾਬ ਦੀ ਗੱਲ ਕਰ ਲਈਏ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਘਟਨਾ ਦੇ ਉੱਤੇ ਸਖਤ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੀੜਤ ਪਰਿਵਾਰਾਂ ਦੇ ਨਾਲ ਖੜਾ ਹਾਂ। ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ MLA ਕੁਲਜੀਤ ਨਾਗਰਾ ਨੇ ਜਿਹੜੇ ਉਹ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਅੱਜ ਯੂਪੀ ਜਾਣਗੇ ਤੇ ਨਾਲ ਹੀ ਅਧਿਕਾਰੀਆਂ ਦੀ ਇੱਕ ਟੀਮ ਹੈ ਜਿਹੜੀ ਉਸ ਨੂੰ ਵੀ ਯੂਪੀ ਭੇਜਣ ਦੀ ਜਾਣਕਾਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ ਹੈ ਤਾਂ ਜੋ ਮਾਮਲੇ ਦੇ ਨਾਲ ਸੰਬੰਧਿਤ ਢੁਕਵੀਂ ਜਾਣਕਾਰੀ ਹੈ ਜਿਹੜੀ ਉਹ ਲਈ ਜਾ ਸਕੇ ਤੇ ਪੀੜਤ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਮੁੱਖ ਮੰਤਰੀ ਨੇ ਦਿੱਤਾ ਹੈ, ਯਾਨੀ ਕਿ ਪੰਜਾਬ ਸਰਕਾਰ ਨੇ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਨੂੰਨ ਤੋਂ ਉੱਤੇ ਕੋਈ ਨਹੀਂ ਹੈ। ਮੰਤਰੀ ਦੇ ਪੁੱਤਰ ਦੇ ਖਿਲਾਫ ਧਾਰਾ 302 ਦੇ ਤਹਿਤ FIR ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਜਿਸ ਨੇ ਨਿਰਦੋਸ਼ ਕਿਸਾਨਾਂ ਦਾ ਕਤਲ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੋ ਵੀ ਇਸ ਅਣਮਨੁੱਖੀ ਕਤਲੇਆਮ ਨੂੰ ਦੇਖ ਕੇ ਚੁੱਪ ਹੈ ਉਹ ਪਹਿਲਾਂ ਹੀ ਮਰ ਚੁੱਕਿਆ, ਪਰ ਅਸੀਂ ਇਸ ਬਲੀਦਾਨ ਨੂੰ ਬੇਕਾਰ ਨਹੀਂ ਹੋਣ ਦੇਵਾਂਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਘਟਨਾ ਦੀ ਸਖਤ ਨਿੰਦਿਆ ਕੀਤੀ ਹੈ ਅਤੇ ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੇ ਲਈ ਸਖਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਪਾਰਟੀ ਦਾ ਵਫਦ ਅੱਜ ਯੂਪੀ ਦਾ ਦੌਰਾ ਕਰਕੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇਗਾ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਰਾਜੇ ਨੇ ਇੱਕ ਵੀ ਸ਼ਬਦ ਇਸ ਦਰਦਨਾਕ ਘਟਨਾ ਤੇ ਨਹੀਂ ਬੋਲਿਆ ਹੈ। ਨਾ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜ਼ੁਬਾਨ ਹੀ ਇਸ ਘਟਨਾ ਤੇ ਖੁੱਲੀ ਹੈ ਤੇ ਇਸ ਰਵੱਈਏ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੁਲਕ ਦੀ ਸਰਕਾਰ ਕਿਸ ਕਦਰ ਕਿਸਾਨਾਂ ਨੂੰ ਬੇਗਾਨਾ ਸਮਝਦੀ ਹੈ, ਆਪਣੇ ਮੁਲਕ ਦਾ ਬਸ਼ਿੰਦਾ ਹੀ ਨਹੀਂ ਸਮਝਦੀ। ਬਸ਼ਿੰਦਾ ਸਮਝਣਾ ਤਾਂ ਦੂਰ, ਸ਼ਾਇਦ ਕਿਸਾਨਾਂ ਨੂੰ ਦੁਸ਼ਮਣ ਸਮਝ ਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਤੇ ਗੱਡੀਆਂ ਥੱਲੇ ਕੁਚਲ ਕੇ ਰੌਂਦਿਆ ਜਾ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਲਜ਼ਾਮ ਵੀ ਲਾਇਆ ਕਿ ਇੰਜ ਜਾਪਦਾ
ਜਾਪਦਾ ਜਿਵੇਂ ਯੋਗੀ ਸਰਕਾਰ ਮੰਤਰੀ ਦੇ ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾਂ ਦੇ ਕਾਤਲ ਤੁਰੰਤ ਫੜੇ ਜਾਣ ਤੇ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਮੰਤਰੀ ਅਤੇ ਉਸਦੇ ਸਾਥੀਆਂ ਤੇ ਕਤਲ ਦਾ ਪਰਚਾ ਤੁਰੰਤ ਦਰਜ ਕੀਤਾ ਜਾਵੇ। ਸਖਤ ਪ੍ਰਤੀਕਿਰਿਆ ਦਿੰਦਿਆਂ ਕਿਸਾਨ ਲੀਡਰ ਦਰਸ਼ਨਪਾਲ ਨੇ ਕਿਹਾ ਕਿ ਘਟਨਾ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਕਰਨ ਯੋਗ ਨਹੀਂ ਹੈ। ਉਹਨਾਂ ਕਿਹਾ ਕਿ किसान मोर्चा घटना के दोषियों खिलाफ कत्ल का मामला तुरंत दर्ज करने की मांग करता है। यूपी के उप मुख्यमंत्री को उतरने से, हेलीकॉप्टर से उतरने से रोकने के लिए हेलीपैड का घेराव किया था। तेज 3 गाड़ियां आई और तीनों गाड़ियों में सवार जो पता चला है कि उसमें अजय मिश्रा टैनी जो उत्तर प्रदेश के गृह राज्य मंत्री हैं, उसके बेटे, उसका भाई और उसका भाई उसके बेटे का चाचा और गुंडा लोग थे साथ। उन्होंने किसानों के ऊपर गाड़ियां चढ़ा दी, जिससे 2 किसानों की मौके पर मौत हो गई। एक की मौके पर मौत हो गई, दूसरे की अस्पताल में जाके मौत हो गई। 2 किसान हमसे बिछड़ गए, शहीद हो गए। गृह राज्य मंत्री मिस्टर टैनी, उसके बेटे और उसके भाई और वो गुंडे जो तमाम आए हैं, उनके ऊपर कत्ल का मुकदमा दर्ज किया जाए। यूपी नाल संबंधित किसान लीडर राकेश टिकैत ने कहा कि जदों किसान विरोध करके वापस मुड़ रहे सी तां उन्हां ते इस काफले ने गड्डियां चढ़ाईਆਂ ने। इस दिल दहला देने वाली घटना तो बाद सारे किसान लीडर यूपी पहुंचने शुरू हो गए। किसान लीडर गुरनाम सिंह चड़ूनी ने सारे किसानों को अपील की कि वध तो वध साथी वड्डी गिणती विच यूपी के लखीमपुर जिहड़ी घटना वाली थां हैगी आ उत्थे पहुंचो अते जिहड़े साथी शहीद होए ने उन्हां दा अंतिम संस्कार ना करन दी चड़ूनी ने अपील की कि जदों तक दोषियों नूं सज़ा नहीं मिल जाती उदों तक असी उत्थे संघर्ष करांगे ते किसानां दा अंतिम संस्कार नहीं करांगे। साथियों, बड़े दुख के साथ आपको सूचित किया जाता है कि यूपी के अंदर बहुत बड़ा हादसा हो गया है। वहाँ सरकारी गुंडे हम उनको कहेंगे, वह एक मंत्री के बेटे ने अजय मिश्रा है, वहाँ का मंत्री है, उसका बेटा है मोनू मिश्रा। उसने आंदोलन कर रहे किसानों पर, सड़क पे बैठे किसानों के ऊपर गाड़ियां चढ़ा दी हैं, जिससे कई किसानों की हत्या कर दी गई है। इनको तुरंत गिरफ्तार करें, 302 का मुकदमा इनके ऊपर तुरंत दर्ज करके इनको अरेस्ट करें और सभी लोग वहाँ पे ज़्यादा से ज़्यादा पहुँचे। लखीमपुर खीरी जिला है और उसमें नगासन तहसील है, जो भी घटना स्थल है वहाँ पे ज़्यादा से ज़्यादा पहुँचे। और एक मेरी बेनती, वहाँ के नगासन तहसील है, जो भी घटना स्थल है वहाँ पे ज़्यादा से ज़्यादा पहुँचे। एक मेरी बेनती वहाँ के सभी भाइयों से ये है कि जो भाई शहीद हुए हैं उनका संस्कार ना किया जाए, वहाँ पे फ्रिज मंगा लें, फ्रिजों में लगा दें, जनरेटर का इंतजाम करें, तब तक हम उनका संस्कार ना करें जब तक दोषी पकड़ के जेल में नहीं डाल दिए जाते। किसान मजदूर संघर्ष कमेटी के सूबा जनरल सकत्तर सरवण सिंह पंधेर ने कहा कि पहला जिवें हरियाणा की खट्टर सरकार ने किसानों की खून की होली खेडी सी, हुण योगी सरकार भी अजिहा कुछ कर रही है। उन्होंने मोदी ते योगी सरकार तो मांग की है कि घटना नूं अंजाम देने वाले मंत्रियों नूं बिना देरी कुर्सी तो लांभे करो। सरवण सिंह पंधेर ने कहा कि असीं यूपी बिहार के किसानों के नाल हां ते इस घटना का पूरा विरोध करांगे। मैं सरवण सिंह पंधेर किसान मजदूर संघर्ष कमेटी का सूबा जनरल सकत्तर बोलदा जी। जिवें खट्टर ने पहलों किसानों के खून नाल होली खेडी, हुण जोगी ते मोदी लखीमपुर खीरी यूपी दे विच किसानों के खून नाल होली खेडी आ। मोदी ते जोगी दी सरकार जो कुछ कर रही है दी सख्त शब्दों च निंदा करते हैं और मोदी जी नूं इहो जे मंत्री नूं मंत्री पद तो MP तो खारज करना चाहिए। इस किस्म के मंत्री के खिलाफ 302 का परजा जड़े लोग जिम्मेवारों के खिलाफ होके उन्होंने तुरंत गिरफ्तार किया जाना चाहिए। यूपी दे विच वापरी इस घटना तो बाद त्राही मच गई है। लगदा कि हुण किसान अंदोलन है जिहड़ा ओह बहुत तिखे रूप दे नाल पूरे देश दे विच फैलेगा, क्योंकि आम तौर पर कहा जाता है कि जो किसी भी संघर्ष के विच खून डुलदा है तो उस संघर्ष के विच होर भी जान पै जाती है। तो शायद जिहड़ियां हुण खबरां आ रही सी कि पंजाब के सियासी माहौल के विच खेती संघर्ष है जिहड़ा वो फिक्का पै गया लगता है, उसनूं ढाह लगी है तो वो हुण शायद इन्हां किसानां दे डुल्ले खून दे नाल मुड़ तो चमकेगा।